अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਕਿਸਾਨ ਵੀਰ ਭਰਾਓ। ਬੈਕ ਸਾਈਡ ਤੇ ਟਰਾਲੀ ਦੇ ਵਿੱਚ ਮਕਈ ਤੇ ਇਹ ਤੋੜੇ ਭਰੇ ਪਏ ਨੇ ਤੇ ਇੱਕ ਗੱਡੀ ਰਾਤੀ ਚਲੀ ਗਈ ਹੈ ਮਕਈ ਦੀ। ਤੇ ਇਹ ਮਕਈ ਹੈਗੀ ਸੀ ਬਹਾਰੀਆ ਪਿਛਲੇ ਸਾਲ ਵਾਲੀ ਤੇ ਨਵੀਂ ਮਕਈ ਜਿਹੜੀ ਹੈ ਉਹ ਹਫਤੇ 10 ਦਿਨ ਤੱਕ ਨਾ ਉਸ ਨੂੰ ਹੱਥ ਲੱਗ ਜਾਵੇਗਾ ਤੇ ਉਹ ਵੀ ਆ ਜਾਵੇਗੀ ਮਾਰਕੀਟ ਨਵੀਂ ਮਕਈ ਵੀ। ਤੇ ਇਸ ਵਾਸਤੇ ਮਕਈ ਦੇ ਰੇਟ 'ਚ ਕੁਝ ਥੋੜਾ ਜਿਹਾ ਇਜ਼ਾਫਾ ਹੋਇਆ ਸੀ ਤੇ ਇਸ ਵਾਸਤੇ ਮਕਈ ਗਈ ਹੈ ਵਿਕ। ਕਿਹੜੇ ਹਿਸਾਬ ਵਿਕੀ ਹੈ ਉਹ ਵੀ ਤੁਹਾਨੂੰ ਦੱਸਣਾ। ਤੇ ਇਹਦੇ ਜਿਹੜੇ ਤੁੱਕੇ ਹੈਗੇ ਨੇ ਉਹ ਵੀ ਵਿਕ ਗਏ ਨੇ ਜਨਾਬ। ਪਿੱਛੇ ਤੁੱਕਿਆਂ ਦੀ ਹੁੰਦੀ ਵੀ ਭਰਾਈ ਤੇ ਤੁੱਕਿਆਂ ਦਾ ਜਿਹੜਾ ਠੇਕੇਦਾਰ ਹੈ ਉਹਦੇ ਨਾਲ ਗੱਲਬਾਤ ਕਰਨੇ ਆ ਵੀ ਉਹਦਾ ਰੇਟ ਤੁੱਕਿਆਂ ਦਾ ਕਿਸ ਤਰੀਕੇ ਚੱਲਦਾ ਪਿਆ ਹੈ ਤੇ ਇੱਕ ਕਿੱਲੇ ਦੇ ਮਤਲਬ ਇੱਕ ਕਿੱਲੇ ਦਾ ਕੀ ਰੇਟ ਹੈ। ਤੇ ਆਓ ਚਲੀਏ ਤੇ ਨਾਲ ਹੀ ਪੁੱਛਨੇ ਆ ਵੀ ਇਹ ਤੁੱਕੇ ਉਹ ਕਿੱਥੇ ਵੇਚਦੇ ਨੇ। ਆਓ ਚਲੀਏ ਗੱਲ ਕਰੀਏ ਠੇਕੇਦਾਰ ਨਾਲ। ਤੇ ਦੋਸਤੋ ਇਹ ਮਕਈ ਚੈੱਕ ਕਰੋ, ਰਾਤੀ ਇੱਕ ਗੱਡੀ ਜਿਹੜੀ ਹੈ ਉਹ ਲੋਡ ਕਰਕੇ ਭਿਜਵਾ ਦਿੱਤੀ ਹੈ ਤੇ ਇਹ ਬਾਕੀ ਤੋੜੇ ਉਹਨਾਂ ਦੇ ਰਹਿ ਗਏ ਨੇ ਤੇ ਕੁਝ ਟਰਾਲੀ 'ਚ ਪਈ ਹੈ ਮਕਈ। ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ, ਪਿਛਲੇ ਸਾਲ ਅੱਜ ਕੱਲ ਜਿਹੜਾ ਰੇਟ ਸੀ ਨਾ ਮਕਈ ਦਾ ਉਹ 5000 ਸੀ, 4500 5000। ਤੇ ਜਿਉਂ ਹੀ ਕਿਸਾਨਾਂ ਦੀ ਮਕਈ ਉਤਰਨੀ ਸ਼ੁਰੂ ਹੋ ਗਈ ਤੇ ਰੇਟ ਜਿਹੜਾ ਹੈ ਡਾਊਨ ਹੋਣਾ ਸ਼ੁਰੂ ਹੋ ਗਿਆ। 4500 ਹੋ ਗਿਆ, ਫਿਰ 4000, ਫਿਰ 3500, 3000, 2800। ਤੇ ਜਦੋਂ 2800 ਰੇਟ ਹੋਇਆ ਸੀ ਨਾ ਉਸ ਵੇਲੇ ਪ੍ਰੋਗਰਾਮ ਬਣਾ ਵੀ ਵੇਚ ਦਿੰਦੇ ਆ, ਲੇਕਿਨ ਫਿਰ ਕੁਝ ਦੋਸਤਾਂ ਨੇ ਮਸ਼ਵਰਾ ਦਿੱਤਾ ਵੀ ਵੇਚਣ ਦੀ ਲੋੜ ਕੋਈ ਨਹੀਂ ਹੈਗੀ, ਰੇਟ ਵਧੇਗਾ। ਲੇਕਿਨ ਫਿਰ ਰੇਟ ਘਟਦਾ ਰੇਟ ਆ ਗਿਆ ਜਨਾਬ 1300, 1400, 1500 ਤੱਕ। ਤੇ ਫਿਰ ਰੱਖ ਲਈ ਜਨਾਬ। ਤੇ ਹੁਣ ਅਗਲੀ ਮਕਈ ਜਿਹੜੀ ਹੈ ਨਵੀਂ ਬਹਾਰੀਆ ਉਹ ਸਿਰ ਤੇ ਆ ਗਈ ਹੈ। ਅਗਰ ਇਹਨੂੰ ਨਹੀਂ ਵੇਚਣੇ ਹੈ ਤੇ ਫਿਰ ਅਗਲੀ ਜਿਹੜੀ ਮਕਈ ਨਵੀਂ ਆਂਦੀ ਪਈ ਹੈ ਉਹਦੇ ਰੱਖਣ ਦੀ ਜਗ੍ਹਾ ਕੋਈ ਨਹੀਂ। ਤੇ ਹੋ ਸਕਦਾ ਫਿਰ ਇਹ ਜ਼ਿਆਦਾ ਪੁਰਾਣੀ ਹੋ ਜਾਵੇ ਤੇ ਇਹਨੂੰ ਕੋਈ ਕੀੜੀ ਛੀੜੀ ਲੱਗ ਜਾਵੇ ਤੇ ਖਰਾਬ ਹੋਣ ਦੇ ਚਾਂਸ ਨੇ। ਇਸ ਵਾਸਤੇ ਇਹਨੂੰ ਵੇਚ ਦਿੱਤਾ ਹੈ। ਲੇਕਿਨ ਕੁਝ ਮਾਰਕੀਟ ਵਿੱਚ ਥੋੜੀ ਜਿਹੀ ਬਿਹਤਰੀ ਆਈ ਹੈ ਤੇ 1900 ਦੇ ਹਿਸਾਬ ਨਾਲ ਇਹਦਾ ਸੌਦਾ ਹੋਇਆ ਹੈ, 1940 ਕਿਲੋਗ੍ਰਾਮ ਦੇ ਨਾਲ। ਤੇ ਮੇਰਾ ਖਿਆਲ ਹੈ ਵੀ ਜੋ ਉਮੀਦ ਕੀਤੀ ਜਾ ਸਕਦੀ ਸੀ ਨਾ ਵੀ ਕਿਸਾਨਾਂ ਨੂੰ ਮਕਈ ਦਾ ਰੇਟ ਵੀ ਵਧੀਆ ਲੱਭੇਗਾ ਉਹ ਵੀ ਨਹੀਂ ਲੱਭਿਆ। ਤੇ ਕਣਕ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੀ ਹੈ, ਕਿੱਲੇ ਮਗਰੂ 60-70 ਹਜ਼ਾਰ ਰੁਪਇਆ ਜ਼ਮੀਂਦਾਰਾਂ ਨੂੰ ਘਾਟਾ ਪਿਆ ਹੈ। ਤੇ ਹੁਣ ਮੌਜੂਦਾ ਰੇਟ ਜਿਹੜਾ ਚੱਲਦਾ ਪਿਆ ਹੈ 2700 2800 ਚੱਲਦਾ ਪਿਆ ਹੈ। ਤੇ ਇਹ ਜ਼ਮੀਂਦਾਰਾਂ ਨਾਲ ਜ਼ੁਲਮ ਤੇ ਜ਼ਿਆਦਤੀ ਹੈ। ਤੇ ਅੱਗੇ ਹੁਣ ਆਂਦੀ ਵੀ ਮੂੰਜੀ ਦੀ ਫਸਲ ਵੀ ਲੱਗਦੀ ਪਈ ਹੈ ਤੇ ਅੱਲਾ ਖੈਰ ਹੀ ਕਰੇ। ਲੇਕਿਨ ਜ਼ਮੀਂਦਾਰ ਜਿਹੜੇ ਦੋਸਤ ਨੇ ਉਹ ਸਾਰੇ ਮੂੰਜੀ ਲਗਾਉਂਦੇ ਪਏ ਨੇ ਕਿਉਂਕਿ ਖਾਲੀ ਜ਼ਮੀਨ ਛੱਡ ਨਹੀਂ ਸਕਨੇ ਹੈ। ਤੇ ਜ਼ਰਾਅਤ ਪਾਕਿਸਤਾਨ ਦੀ ਮੁਆਸ਼ਤ ਦੀ ਰੀੜ੍ਹ ਦੀ ਹੱਡੀ ਹੈ, ਲੇਕਿਨ ਮੌਜੂਦਾ ਹੁਕੂਮਤ ਇਹ ਰੀੜ੍ਹ ਦੀ ਹੱਡੀ ਤੋੜਨ ਤੇ ਲੱਗੀ ਹੋਈ ਹੈ। ਤੇ ਜਦੋਂ ਜ਼ਮੀਂਦਾਰ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਉਦੋਂ ਫਿਰ ਜਿਹੜੇ ਗਰੀਬ ਗੁਰਬਾ ਹੁੰਦੇ ਨੇ ਪਿੰਡਾਂ 'ਚ ਰਹਿਣ ਵਾਲੇ ਤਕਰੀਬਨ 70 ਤੋਂ 80% ਜ਼ਰਾਅਤ ਨਾਲ ਵਬਸਤਾ ਹੈਗੇ ਨੇ ਤੇ ਉਹ ਸਾਰਿਆਂ ਨੂੰ ਹੀ ਨੁਕਸਾਨ ਹੁੰਦਾ ਹੈ। ਅਗਰ ਜ਼ਮੀਂਦਾਰ ਨੂੰ ਕੋਈ ਫਾਇਦਾ ਹੁੰਦਾ ਹੈ ਤਾਂ ਉਹ ਸਾਰਿਆਂ ਨੂੰ ਹੀ ਫਾਇਦਾ ਹੁੰਦਾ ਹੈ। ਤੇ ਬਾਕੀ ਜ਼ਰਾਅਤ ਦਾ ਜਿਹੜਾ ਅਸਰ ਹੈ ਉਹ ਸ਼ਹਿਰਾਂ 'ਚ ਵੀ ਜਾਂਦਾ ਹੈ। ਤੇ ਅਗਰ ਕਿਸਾਨ ਖੁਸ਼ਹਾਲ ਹੈ ਤੇ ਪਾਕਿਸਤਾਨ ਦੀ ਮੁਆਸ਼ਤ ਖੁਸ਼ਹਾਲ ਹੈ ਤੇ ਪਾਕਿਸਤਾਨ ਦੀ ਆਵਾਮ ਖੁਸ਼ਹਾਲ ਹੈ। ਤੇ ਸਾਹਮਣੇ ਹੁਣ ਜਨਾਬ ਤੁੱਕੇ ਜਿਹੜੇ ਨੇ ਉਹਨਾਂ ਦਾ ਵੀ ਸੌਦਾ ਹੋ ਗਿਆ ਹੈ। ਮਕਈ ਤੁਹਾਨੂੰ ਇੱਕ ਵਾਰ ਫਿਰ ਦੱਸਦਾ ਚੱਲਾਂ 1900 ਦੇ ਹਿਸਾਬ ਨਾਲ ਵਿਕੀ ਹੈ। ਤੇ ਇਹ ਜਿਹੜੇ ਤੁੱਕੇ ਨੇ ਇਹਨਾਂ ਦਾ ਸੌਦਾ ਜਿਹੜਾ ਮੁੱਟਾ ਹੀ ਹੋਇਆ ਹੈ। ਤੇ ਆਓ ਚਲੀਏ ਗੱਲ ਕਰੀਏ ਮਕਈ ਦੇ ਠੇਕੇਦਾਰ ਨਾਲ ਤੇ ਬਾਕੀ ਤਫਸੀਲ ਉਹਨਾਂ ਕੋਲ ਲੈਣੇ ਆ। ਕਿਸਾਨ ਵੀਰ ਬ్రో ਇਹ ਚੈੱਕ ਕਰੋ ਜੀ, ਤੋੜੇ ਭਰੇ ਪਏ ਨੇ ਤੇ ਰਾਤੀ ਵੱਡੀ ਗੱਡੀ ਇੱਕ ਜਿਹੜੀ ਹੈ ਉਹ ਮਕਈ ਲੈ ਕੇ ਚਲੀ ਗਈ ਹੈ। ਤੇ ਇਹ ਮਕਈ ਦੋਸਤੋ ਹੈਗੀ ਸੀ ਬਹਾਰੀਆ ਪਿਛਲੇ ਸਾਲ ਵਾਲੀ। ਜਦੋਂ ਰੇਟ 5000 ਹੈਗਾ ਸੀ ਤੇ ਫਿਰ ਜਨਾਬ ਘਟਦਾ ਹੋ ਗਿਆ 1500 ਤੱਕ। ਤੇ ਇਸ ਮਕਈ ਨੂੰ ਲੱਗਿਆ ਸੀ 2500 ਵੀ, 2000 ਵੀ ਤੇ 1800-1700 ਵੀ। ਤੇ ਹੁਣ ਬਿਲ ਆਖਰ 1900 ਦੇ ਹਿਸਾਬ ਤੇ ਇਹ ਵੇਚ ਦਿੱਤੀ ਹੈ। ਤੇ ਇਹ ਜੀ ਤੁੱਕਿਆਂ ਦੇ ਠੇਕੇਦਾਰ, ਇਹਨਾਂ ਨਾਲ ਗੱਲਬਾਤ ਕਰਨੀ। अस्सलाम वालेकुम जी। थोड़ा जिहा की नाम ਤੁਹਾਡਾ ਭਾਈਜਾਨ? ਸ਼ਮੂਨ। ਅੱਛਾ ਭਾਈਜਾਨ ਕਿੰਨੇ ਅਰਸੇ ਤੋਂ ਤੁਸੀਂ ਇਹ ਤੁੱਕਿਆਂ ਦਾ ਕਾਰੋਬਾਰ ਕਰਦੇ ਪਏ ਹੋ? ਤਕਰੀਬਨ 2098 ਤੋਂ ਸ਼ੁਰੂ। 2000 ਕਿ 1998 ਤੋਂ? ਨਹੀਂ 98 ਤੋਂ 1998। ਹਾਂ 1998 ਤੋਂ। ਤੇ ਇਹ ਮੈਨੂੰ ਦੱਸੋ ਵੀ ਇਹ ਕਾਰੋਬਾਰ कैसा है? ਇਹ ਬਸ ਬਹੁਤ ਅੱਛਾ ਹੈ ਤੇ ਰੋਜ਼ੀ ਕਮਾਈ ਤੇ ਅੱਛੀ ਲੱਗਦੀ ਮਾਸ਼ਾਅੱਲਾ। ਇਹ ਹੁਣ ਮੈਨੂੰ ਦੱਸੋ ਵੀ ਕੀ ਹਿਸਾਬ ਸੌਦਾ ਹੋਇਆ? ਇਹ ਮੇਰੇ ਖਿਆਲ ਸਾਡਾ ਤਾਂ ਮੁੱਟੇ ਨਾਲ ਹੋਇਆ 50000। 50000 ਕਿੰਨੇ ਕਿੱਲਿਆਂ ਦੀ ਦੱਸੀ ਉਹਨਾਂ?
ਇਹ ਮੋਨਾ ਵੀ ਨਹੀਂ ਦੱਸੀ ਨਾ ਆਪਾਂ ਪੁੱਛੀ ਮਤਲਬ ਤੁਸੀਂ ਮਾਲ ਨੂੰ ਵੇਖ ਕੇ ਆ ਮਾਲ ਆਪਣਾ ਮਤਲਬ ਇਹਨਾਂ ਤਜਰਬੇ ਦੇ ਨਾਲ ਰੇਟ ਲਾ ਦਿੱਤਾ। ਉਹਨਾਂ ਮੰਗੇ ਕਿੰਨੇ ਸਨ? 60 ਤੇ ਤੁਸੀਂ 10,000 ਰਿਆਇਤ ਕਰਵਾਈ। ਹਾਂ ਠੀਕ ਹੋ ਗਿਆ। ਤੇ ਇਹ ਮੈਨੂੰ ਦੱਸੋ ਵੀ ਇਹ ਕਿੰਨੇ ਬੰਦੇ ਕੰਮ ਕਰਦੇ ਪਏ ਨੇ? ਇਹ 7-8 ਹੈ 7-8 ਬੰਦੇ ਨੇ। ਇਹਨਾਂ ਦੀ ਦਿਹਾੜੀ ਕੀ ਹੈ? ਇਹਨਾਂ ਦੀ 1000 ਰੁਪਏ ਦੀ 1000 ਰੁਪਏ ਸ਼ਾਮੀ ਇਹਨਾਂ ਲੈ ਲੈਣਾ ਹੈ। ਲੈ ਲੈ ਇਹ ਤੂੰ ਇਹਨਾਂ ਮਤਲਬ ਲੋਡ ਵੀ ਕਰਨੇ ਤੇ ਅੱਗੋਂ ਲਾਹਣੇ ਵੀ ਨੇ। ਲੈ ਠੀਕ ਹੋ ਗਿਆ। ਇਹ ਪੱਕੇ ਬੰਦੇ ਨੇ ਤੁਹਾਡੇ? ਪੱਕੇ ਤੇ ਰੋਜ਼ਾਨਾ ਹੀ ਤੁਹਾਨੂੰ ਮਤਲਬ ਕਿਸੇ ਨਾ ਕਿਸੇ ਜਗ੍ਹਾ ਤੋਂ ਇਹ ਟਰੱਕ ਤੁਹਾਡਾ ਲੋਡ ਹੋ ਜਾਂਦਾ ਟਰਾਲਾ? ਲੈ ਲਈ ਇਹ ਟਰੈਕਟਰ ਤੁਹਾਡਾ ਜ਼ਾਤੀ ਹੈ? ਜਾਤੀ ਆਪਣੀ ਇਹ ਕਿਹੜਾ ਮਾਡਲ ਹੈ? ਇਹ ਹੈ 82-83 ਨਾਲ ਇਹ ਕਿਹੋ ਜਿਹਾ ਚੱਲਦਾ ਪਿਆ? ਤੇਲ ਦਾ ਖਰਚਾ ਕੀ ਹੈ? ਠੀਕ ਹੈ ਜੀ ਖਰਚਾ ਖੁਰਚਾ ਪੂਰਾ ਕਰ ਜਾਂਦਾ ਹੈ? ਹਾਂ ਜ਼ਬਰਦਸਤ ਕੰਮ। ਤੇ ਇਹ ਮੈਨੂੰ ਦੱਸੋ ਇਹ ਜਿਹੜੇ ਤੁੱਕੇ ਨੇ ਇਹ ਤੁਸੀਂ ਕਿਸੇ ਬੱਠੇ ਬੁੱਠੇ ਤੇ ਦਿੰਦੇ ਹੋ, ਕਿਸੇ ਫੈਕਟਰੀ 'ਚ ਦਿੰਦੇ ਹੋ? ਸਾਨੂੰ ਮਲੋ ਮੋ 10 ਰੁਪਏ ਵੱਧ ਲੱਭਦੇ ਨੇ ਤੇ ਦੇ ਦੇ ਉਹ ਵਜ਼ਨ ਕਰਕੇ ਲੈਂਦੇ ਨੇ? ਵਜ਼ਨ ਨਾ ਵਜ਼ਨ ਬੱਠਿਆਂ ਵਾਲੇ ਜ਼ਿਆਦਾ ਲੈਂਦੇ ਨੇ ਜਾਂ ਫੈਕਟਰੀਆਂ ਵਾਲੇ ਲੈਂਦੇ ਨੇ? ਜ਼ਿਆਦਾ ਨੇ। ਉਹ ਫੈਕਟਰੀਆਂ ਵਾਲੇ ਕੀ ਕਰਦੇ ਨੇ? ਅੱਗ ਬਾਲਦੇ ਨੇ? ਉਹਨਾਂ ਨੂੰ ਬਲੋਰ ਲਾਇਆ ਨਾ ਫੈਕਟਰੀ ਆ ਅੱਛਾ। ਇਹ ਸ਼ੈਲਰ ਤੇ ਵੀ ਇਹ ਕੰਮ ਦੇ ਜਾਂਦੇ ਨੇ? ਟੇਲਰ ਤੇ ਕੰਮ ਤੇ ਇਹ ਜ਼ਿਆਦਾ ਦੂਰ ਕਿਹੜੇ ਜਗ੍ਹਾ ਤੱਕ ਤੁਸੀਂ ਵੇਚਦੇ ਹੋ? ਕਿਹੜੇ ਸ਼ਹਿਰ 'ਚ ਵੇਚਦੇ ਹੋ? ਜ਼ਿਆਦਾ ਅਸੀਂ ਰਾਵਿੰਡ ਲਾਹੌਰ ਫੈਸਲਾਬਾਦ ਲਾਹੌਰ ਫੈਸਲਾਬਾਦ ਤੱਕ? ਉਹ ਕਾੜਾ ਨਹੀਂ ਮੰਦੇ ਅੱਛਾ ਉਖਾੜੇ ਵੀ। ਇਹ ਫਿਰ ਤਾਂ ਖਰਚਾ ਮਜ਼ੀਦ ਇਹਦੇ ਉੱਤੇ ਖਰਚੇ ਵੱਧ ਜਾਂਦੇ ਹੋਣਗੇ। ਉਹਦਾ ਰੇਟ ਜ਼ਿਆਦਾ ਹੁੰਦਾ ਨਾ। ਇੱਥੇ ਲਾਈਏ ਥੋੜਾ ਹੈਗਾ ਲਾਈਏ ਜ਼ਿਆਦਾ। ਅੱਗੇ ਲਾਓ ਤਾਂ ਜ਼ਿਆਦਾ ਹੈ। ਠੀਕ ਹੋ ਗਿਆ। ਮਤਲਬ ਵੀ ਇਹ ਰੋਜ਼ੀ ਚੰਗੀ ਦੇ ਜਾਂਦਾ ਹੈ। ਸ਼ੁਕਰ ਹੈ। ਤੇ ਇਹ ਜਿਸ ਤਰ੍ਹਾਂ ਮਕਈ ਦਾ ਹਾਲ ਬਿਹਾਲ ਹੋਇਆ ਹੈ, ਇਹ ਗਾਂਡਿਆਂ ਦੇ ਰੇਟ 'ਚ ਵੀ ਕੋਈ ਫਰਕ ਪਿਆ ਹੈ? ਹਾਂ ਇੱਕ ਰੇਟ ਡਾਊਨ। ਪਿਛਲੀ ਵਾਰ ਕਿੰਨਾ ਹੈਗਾ ਸੀ? ਪਿਛਲੀ ਵਾਰੀ ਤਾਂ 1000 ਨੂੰ ਪੜ ਗਿਆ ਸੀ ਨਾ ਕਿ 7-8 1000 ਰੁਪਏ ਦਾ ਮਣ ਮੈਂ ਤੇ ਹੁਣ 7-800 ਦਾ ਹੋ ਗਿਆ। ਇਹ ਜਿਵੇਂ ਮਕਈ ਡਾਊਨ ਹੋਈ ਇਹ ਤੁੱਕੇ ਵੀ ਡਾਊਨ ਹੋ ਗਏ ਨੇ। ਤੁੱਕੇ ਵੀ ਡਾਊਨ। ਠੀਕ ਹੋ ਗਿਆ ਜੀ। ਤੇ ਕਿਸਾਨ ਵੀਰ ਭਰਾਓ ਸ਼ਮੂਨ ਬਾਈ ਨਾਲ ਗੱਲਬਾਤ ਕੀਤੀ ਹੈ। ਕਾਰੋਬਾਰ ਬੜਾ ਵਧੀਆ ਹੈ ਤੇ ਲੇਕਿਨ ਇਮਾਨਦਾਰੀ ਨਾਲ ਕੀਤਾ ਜਾਵੇ, ਨੀਅਤ ਨਾਲ, ਤੇ ਲੇਬਰ ਵੀ ਤੁਹਾਡੇ ਕੋਲ ਚੰਗੀ ਹੋਵੇ। ਅੰਦਾਜ਼ਾ ਤੁਸੀਂ ਲਾ ਲਓ ਕਿੰਨੀ ਮਿਹਨਤ ਨਾਲ ਕੰਮ ਕਰਦੇ ਪਏ ਨੇ। ਤੇ ਜੇ ਅਗਰ ਗਰਮੀ ਨੂੰ ਵੇਖ ਤੇ ਡਰ ਜਾਵਣ ਵੀ ਗੱਡੀ ਲੋਡ ਹੀ ਨਹੀਂ ਕਰਨੀ ਤਾਂ ਫਿਰ ਤਾਂ ਬੰਦਾ ਜਿਹੜਾ ਹੈ ਨਾ ਬੁਰੇ ਹਾਲ ਹੋ ਜਾਣ, ਉਹਦਾ ਸੌਦਾ ਹੀ ਕੈਂਸਲ ਹੋ ਸਕਦਾ ਹੈ। ਤੇ ਲੇਬਰ ਤੁਹਾਡੇ ਕੋਲ ਤਕੜੀ ਹੋਣੀ ਚਾਹੀਦੀ, ਇਮਾਨਦਾਰ ਹੋਣੀ ਚਾਹੀਦੀ, ਜਿਹੜੀ ਮਤਲਬ ਇਹ ਨਾ ਕੰਮ ਜਿਹੜਾ ਹੈ ਆਦੀ ਇਮਾਨਦਾਰੀ ਨਾਲ ਕਰੇ ਤੇ ਵਧੀਆ ਕਰੇ। ਹੁਣ ਵੇਖ ਲਓ ਇਹਦੇ ਚ ਕਿੰਨੇ ਕੁ ਕਿੱਲਿਆਂ ਦੇ ਪੈ ਜਾਸਣ ਦੇ? 30 ਕਿੱਲਿਆਂ ਦੇ। ਲਓ ਜੀ ਅੰਦਾਜ਼ਾ ਲਾ ਲਓ 30 ਕਿੱਲਿਆਂ ਦੇ ਜਨਾਬ ਤੁੱਕੇ ਪੈ ਜਾਂਦੇ ਨੇ। ਤੇ ਟਰੈਕਟਰ ਵੀ ਤੁਹਾਨੂੰ ਵਿਖਾ ਲਈਏ। ਇੱਕ ਪੁਰਾਣਾ ਜਿਹਾ ਮਾਡਲ ਹੈਗਾ 82-83 ਦੱਸਦੇ ਪਏ ਨੇ। ਆ ਚੈੱਕ ਕਰੋ ਜੀ, ਜ਼ਬਰਦਸਤ। ਪੱਕੀ ਲੇਬਰ ਹੋ ਗਈ ਜੀ ਬਿਲਕੁਲ। ਅੱਛਾ ਮੈਨੂੰ ਤੁਸੀਂ ਦੱਸਿਆ ਵੀ ਮੈਂ ਪੁਆਇੰਟ ਕੀ ਨਾਂ ਤੁਹਾਡਾ? ਨਜ਼ੀਰ ਨਜ਼ੀਰ ਭਾਈ 1000 ਰੁਪਏ ਜੀ ਗੁਜ਼ਾਰਾ ਹੋ ਜਾਂਦਾ ਫਿਰ ਜਿੰਨੀ ਮਹਿੰਗਾਈ ਹੈ? ਬਾਅਦ ਮੰਦਾ ਚੰਗਾ ਹੁੰਦਾ ਹੀ ਪਿਆ। ਮੰਦਾ ਚੰਗਾ ਹੀ ਹੁੰਦਾ ਪਿਆ। ਲਓ ਜੀ ਇਹਨਾਂ ਦਾ ਮੰਦਾ ਚੰਗਾ ਗੁਜ਼ਾਰਾ ਹੁੰਦਾ ਪਿਆ। ਤੇ ਕਿੰਨੇ ਮਤਲਬ ਘਰ ਦੇ ਅਫਰਾਦ ਹੈਗੇ ਨੇ ਖਾਣੇ ਵਾਲੇ? 7-8 ਜੀ। ਤੇ ਕਮਾਉਣ ਵਾਲੇ ਕਿੰਨੇ ਨੇ? ਇੱਕ ਕੱਲਾ ਸ਼ੇਰ ਹੀ ਕਾਫੀ ਹੈ ਜਨਾਬ ਕਮਾਉਣ ਵਾਸਤੇ। ਤੇ ਮੌਲਵੀ ਸਾਹਿਬ ਤੁਹਾਡੇ ਕਿੰਨੇ ਜੀ ਹੈਗੇ ਨੇ ਖਾਣ ਵਾਲੇ? 4। ਕਮਾਉਣ ਵਾਲਾ ਕੱਲਾ ਹੀ? ਮੈਂ ਕੱਲਾ ਹਾਂ ਅਲਹਮਦੁਲਿਲਾ। ਮਾਸ਼ਾਅੱਲਾ ਠੀਕ ਹੋ ਗਿਆ। ਹਾਂ ਵੀ ਛੋਟੇ ਤੁਹਾਡੀ ਕੀ ਪੋਜੀਸ਼ਨ ਹੈ? ਇਸ ਤਰ੍ਹਾਂ ਹੀ ਇਹ ਮਾਲਕ ਖੁਦ ਕਲਮ ਬਕਲਮ ਮਾਲਕ ਹੈ? ਜ਼ਬਰਦਸਤ ਜੀ। ਅੱਜ ਮਾਲਕ ਨੇ ਖੁਦ ਨਾਲ ਪੜ ਰਿਹਾ। ਖੁਦ ਮਾਲਕ ਨਹੀਂ ਠੀਕ ਹੈ। ਇਸੇ ਤਰੀਕੇ ਫਿਰ ਜਿਹੜੇ ਨਾ ਤਜਰਬਾ ਵੀ ਆ ਜਾਂਦਾ ਹੈ। ਅਜੇ ਸ਼ਮੂਨ ਦਾ ਸ਼ੋਰ ਹੈ। ਸਾਰੇ ਜਿਹੜੇ ਅਸੀਂ ਖਾਣੇ ਪੀਣੇ ਆ ਵਧੀਆ। ਸਾਰਾ ਅਸੀਂ ਇਹਨਾਂ ਦੇ ਖਾਤੇ ਖਾਣੇ ਆ ਅੱਛਾ ਅੱਛਾ ਮੁਕੰਮਲ। ਸਵੇਰੇ ਨਾਸ਼ਤਾ ਭਾਵੇਂ ਅਸੀਂ 1000 ਦਾ ਕਰ ਲਈਏ, 1500 ਦਾ ਕਰ ਲਈਏ ਇਹਨਾਂ ਦੇ ਖਾਤੇ, ਦੁਪਹਿਰ ਦੀ ਇਹਨਾਂ ਦੇ ਖਾਤੇ, ਅਗਰ ਸ਼ਾਮ ਪੈ ਗਈ ਅਲਹਮਦੁਲਿਲਾ ਉਹ ਵੀ ਇਹਨਾਂ ਦੇ ਖਾਤੇ। ਮਤਲਬ ਵੀ ਆਪਾਂ ਇਹਨਾਂ ਦੇ ਪੇਟਾਂ 'ਚ ਪੈ ਆ ਸੀਟਾਂ ਵੀ ਅਸੀਂ ਇਹਨਾਂ ਦੇ ਖਾਤੇ, ਪਾਣੀ ਇਹਨਾਂ ਦੇ ਖਾਤੇ। ਬੋਤਲ ਤੁੰਨੀ ਏ ਬਰਖੱਲਾ ਹੀ ਇਹ ਤੇ ਦੱਸ ਉਹ ਵੀ ਇਹਨਾਂ ਦੇ ਖਾਤੇ। ਜ਼ਬਰਦਸਤ ਇਹ ਹੁਣ ਵੀ ਨਹੀਂ ਤੁਹਾਡੇ ਖਾਤੇ। ਵੈਰੀ ਗੁੱਡ ਠੀਕ ਹੋ ਗਿਆ ਜੀ। ਸਹੀ ਤੇ 25 ਤੋਂ 30 ਕਿੱਲਿਆਂ ਦੇ ਜਿਹੜੇ ਨਾ ਗਾਂਡੇ ਤੁੱਕੇ ਜਿਹਨੂੰ ਆਖਦੇ ਜੀ, ਸਾਡੇ ਪਾਸੇ ਗਾਂਡੇ ਵੀ ਆਖਦੇ ਨੇ, ਤੁੱਕੇ ਵੀ ਬੋਲਦੇ ਨੇ। ਹਰ ਇਲਾਕੇ ਦਾ ਆਪਣਾ ਆਪਣਾ ਹਿਸਾਬ ਹੈ ਤੇ ਆਪਣਾ ਆਪਣੇ ਹਿਸਾਬ ਨਾਲ ਇਹਨਾਂ ਦੇ ਨਾਂ ਰੱਖੇ ਹੋਏ ਨੇ। ਤੇ ਮਿਹਨਤ ਤਲਬ ਕੰਮ ਹੈ ਤੇ ਇਹਨਾਂ ਨੂੰ ਚਾਹੀਦਾ ਹੈ ਵੀ ਇੱਕ ਇੱਕ ਕੱਪ ਜਿਹੜਾ ਨਾ ਗੁੜ ਵਾਲੀ ਚਾਹ ਸ਼ਾਮੀ ਪੀਤੀ ਕਰਨ, ਤਾਂ ਕਿ ਜਿਹੜਾ ਬੱਕਰ ਸ਼ੱਕਰ ਹੈ ਨਾ ਉਹ ਲੈ ਕੇ ਕਰੇ। ਤੇ ਗੁੜ ਵਾਲੀ ਚਾਹ ਲਾਜ਼ਮੀ ਪੀਤੀ ਕਰੋ। ਆ ਤੁਹਾਡੇ ਫੇਫੜੇ ਵਗੈਰਾ ਜਿਹੜੇ ਨਾ ਵਾਲ ਇਹ ਠੀਕ ਰਹਿਣ ਦੇ।
ਤੇ ਆਪਾਂ ਹੁਣ ਜਨਾਬ ਧੁੱਪ ਨਿਕਲ ਪਈ ਹੈ ਤੇ ਸੋਲਰ ਦਾ ਬਟਨ ਖੋਲੀਏ ਤਾਂ ਕਿ ਜਿਹੜੇ ਧਾਈ ਨੂੰ ਉਹਨਾਂ ਨੂੰ ਲੱਗ ਜਾਵੇ ਪਾਣੀ। ਲਓ ਜੀ ਸੋਲਰ ਚੱਲ ਪਿਆ ਹੈ ਤੇ ਹੁਣ ਮੈਨੂੰ ਦਿਓ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।